ਸਤਿ ਸ਼੍ਰੀ ਅਕਾਲ ਦੋਸਤੋ। ਗੀਤਕਾਰੀ ਦੇ ਬਾਬਾ ਬੋੜ ਜਨਾਬ ਬਾਬੂ ਸਿੰਘ ਜੀ ਮਾਨ, ਉਹਨਾਂ ਦੇ ਸਪੁੱਤਰ ਰਵੀ ਪ੍ਰਕਾਸ਼ ਸਿੰਘ ਜੀ ਮਾਨ ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਜੰਡ ਸਾਹਿਬ ਸਾਦਿਕ ਦੇ ਨੇੜੇ ਪਿੰਡ ਮਰਾੜ ਵਿਖੇ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਉਹ ਰੱਖੀ ਗਈ। ਉਹਨਾਂ ਦੀ ਅੰਤਮ ਅਰਦਾਸ ਮੌਕੇ ਸੰਗੀਤ ਜਗਤ ਔਰ ਫਿਲਮ ਜਗਤ ਦੇ ਨਾਲ ਜੁੜੀਆਂ ਹੋਈਆਂ ਬਹੁਤ ਹੀ ਮਹਾਨ ਹਸਤੀਆਂ ਨੇ ਆਪਣੀ शिरकत की। कहत कबीर कोई नहीं तेरा, हृदय राम की ना जप है सवेरा, हृदय राम की ना जप है सवेरा, अंत नबेरा तेरे दी पहली जय, अंत नबेरा तेरे दी पहली जय, मन मेरे भूले कपट न कीजै, मन मेरे भूले कपट न कीजै, अंत नबेरा तेरे जी पहली जय, अंत नबेरा तेरे जी पहली जय, मन मेरे भूले कपट न कीजै, मन मेरे भूले कपट न कीजै, कपट न कीजै, कपट न कीजै, कीजै। सरदार रवि प्रकाश सिंह जी हुणां नूं श्रद्धांजलि भेंट करदिआं होइआं प्रसिद्ध फिल्मी हीरो ਅਤੇ ਗਾਇਕ ਹਰਭਜਨ ਮਾਨ ਜੀ ਜਿਹੜੇ ਉਹ ਭਾਵਕ ਹੋ ਗਏ। ਤਾਂ ਹਰਭਜਨ ਮਾਨ ਜਿਹੜਾ ਕਿ ਇਸ ਪਰਿਵਾਰ ਦਾ ਇੱਕ ਅਟੁੱਟ ਹਿੱਸਾ ਹੈ ਔਰ ਮਾਨ ਸਾਹਿਬ ਨੇ ਉਹਨੂੰ ਪੁੱਤਾਂ ਵਾਂਗ ਪਰਵਰਿਸ਼ ਕੀਤੀ, ਗੀਤਾਂ ਦੇ ਬਖਸ਼ੇ ਭੰਡਾਰੇ, ਆਪਣੀ ਸ਼ਰਧਾ ਦੇ ਫੁੱਲ ਰਵੀ ਬਾਈ ਜੀ ਨੂੰ ਹਰਭਜਨ ਮਾਨ। ਸਾਡੇ ਬਹੁਤ ਹੀ ਪਿਆਰੇ ਵੀਰ, ਬਹੁਤ ਹੀ ਮਿਲਾਪੜੇ, ਸਾਡੇ ਦਿਲਾਂ ਵਿੱਚ ਸਦਾ ਲਈ ਵਸਣ ਵਾਲਾ ਸਾਡਾ ਵੀਰ ਰਵੀ, ਉਸ ਦੀ ਅੰਤਮ ਅਰਦਾਸ ਦੇ ਵਿੱਚ ਹਾਜ਼ਰ ਸਾਰੇ ਮਾਈ ਭਾਈ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਗਾਇਕੀ ਦਾ 30 ਵਰ੍ਹਿਆਂ ਦਾ ਸਫ਼ਰ ਇਸ ਵਰੇ ਪੂਰਾ ਹੋ ਗਿਆ ਤੇ 1992 ਦੇ ਵਿੱਚ ਦਸੰਬਰ 2022 ਨੂੰ ਮੈਂ ਪਹਿਲੀ ਵਾਰ ਮਰਾੜੀ ਆਇਆ ਸੀ। ਹਰਜੀਤ ਭਾਜੀ ਦੂਰਦਰਸ਼ਨ ਤੋਂ, ਡਾਇਰੈਕਟਰ ਦੂਰਦਰਸ਼ਨ, ਉਹ ਵੀ ਪਹੁੰਚੇ ਨੇ ਅੱਜ ਇੱਥੇ। ਉਹ ਨਵੇਂ ਸਾਲ ਦਾ ਪ੍ਰੋਗਰਾਮ ਬਣਾਉਂਦੇ ਹੁੰਦੇ ਸੀ ਤੇ ਸਾਡੀਆਂ ਫਿਲਮਾਂ ਦੇ ਡਾਇਰੈਕਟਰ ਮਨਮੋਹਨ ਸਿੰਘ ਉਹ ਵੀ ਅੱਜ ਇੱਥੇ ਪਹੁੰਚੇ ਨੇ। ਮੈਂ ਮਾਂਜੀ ਤੋਂ ਸਿਫਾਰਿਸ਼ ਲਵਾ ਕੇ, ਨਵਾਂ ਮੈਂ ਕਲਾਕਾਰ ਸੀ, ਸਥਾਪਿਤ ਹੋਣਾ ਚਾਹੁੰਦਾ ਸੀ ਤੇ ਮੇਰੇ ਮਨ 'ਚ ਸੀ ਕਿ ਨਵੇਂ ਸਾਲ ਦੇ ਪ੍ਰੋਗਰਾਮ 'ਚ ਗੀਤ ਆ ਗਿਆ ਮੇਰਾ ਗੁਰਸੇਵਕ ਦਾ ਤੇ ਬੜੇ ਕਾਮਯਾਬ ਹੋਰ ਵੀ ਹੋ ਜਾਵਾਂਗੇ। ਤੇ ਹਰਜੀਤ ਭਾਜੀ ਨੇ ਸਾਡਾ ਇੱਕ ਕਲੀ ਦੇ ਰੰਗ ਦਾ ਗੀਤ ਚੁਣਿਆ ਤੇ ਫਿਰ ਸਵਾਲ ਹੋਇਆ ਕਿ ਲਿਖੂਗਾ ਕੌਣ ਇਸ ਨੂੰ, ਤੇ ਫਿਰ ਸਾਡੀ ਰਾਏ ਬਣੀ ਕਿ ਮਰਾੜੀ ਜਾ ਕੇ ਮਾਨ ਸਾਹਿਬ ਤੋਂ ਇਹ ਲਿਖਾਇਆ ਜਾਵੇ। ਮਾਨ ਸਾਹਿਬ ਮਿਲੇ ਨਾ ਤੇ ਪਹਿਲੀ ਜਿਹੜੀ ਮੇਰੀ ਮੁਲਾਕਾਤ, ਜਿਹੜੀ ਜਿਵੇਂ ਨਿੰਦਰ ਨੇ ਦੱਸਿਆ ਕਿ ਮਾਨ ਸਾਹਿਬ ਅਮਤੋਜ ਹੁਰੀ ਬੰਬੇ ਸੀ ਸੈਟਲਡ, ਅਮਤੋਜ ਉਸ ਵੇਲੇ ਦਲੀਪ ਸਾਹਿਬ ਦੀ ਫਿਲਮ ਕਰ ਰਹੇ ਸੀ ਰਾਜਸਥਾਨ ਦੇ ਵਿੱਚ, ਤੇ ਮੇਰੀ ਪਹਿਲੀ ਮੁਲਾਕਾਤ ਹੋਈ ਮਲਕੀਤ ਨਾਲ। ਬਹੁਤ ਡਰੇ ਘਬਰਾਏ ਜੇ ਮੈਂ ਤੇ ਗੁਰਸੇਵਕ ਆਏ ਤੇ ਰਵੀ ਨੇ ਇੰਨੇ ਪਿਆਰ ਨਿੱਘ ਨਾਲ ਸਾਨੂੰ ਵੀ ਜਿਵੇਂ ਅਸੀਂ ਆਪਣੇ ਘਰ ਆਏ ਹੋਈਏ ਬਿਠਾਇਆ, ਚਾਹ ਪਾਣੀ ਪੀਓ, ਤੁਸੀਂ ਦੂਰੋਂ ਆਏ ਹੋ, ਸਭ ਕੁਛ ਹੋ ਜਾਏਗਾ। ਉਸ ਤੋਂ ਬਾਅਦ ਮੇਰੀ ਦੂਸਰੀ ਮੁਲਾਕਾਤ, ਮਾਨ ਸਾਹਿਬ ਨੇ ਹੁਕਮ ਕੀਤਾ ਕਿ ਰਵੀ ਦਾ ਵਿਆਹ
ਤੇ ਤੁਸੀਂ ਉੱਥੇ ਪ੍ਰੋਗਰਾਮ ਕਰਨਾ ਮਰਾੜੀ। ਅੱਜ ਸਾਰੇ ਉਹੀ ਚਿਹਰੇ, ਬਹੁਤ ਸਾਰੇ ਅੰਕਲ ਜਿਹੜੇ ਮੈਨੂੰ ਪਿਓ ਵਾਂਗ ਜਿਨ੍ਹਾਂ ਨੇ ਮੇਰੀਆਂ ਉਦੋਂ ਦੀਆਂ ਸਾਂਝਾਂ ਬਣੀਆਂ ਮਾਨ ਸਾਹਿਬ ਦੇ ਜ਼ਰੀਏ ਅੱਜ ਸਾਹਮਣੇ ਮੇਰੇ ਸਭ ਨੂੰ ਮਿਲ ਰਿਹਾ ਮੈਂ। ਜਿਸ ਤੂੰਬੇ ਨਾਲ ਗੁੜਤੀ ਦੇਵੇਂ ਉਸੇ ਦੇ ਨਾਲ ਪਾਣੀ, ਜਿਹੜੇ ਆਏ ਮੇਲ ਮੁਹੰਮਦ ਉਹੀ ਆਏ ਮਕਾਣੇ। ਇਸ ਪਰਿਵਾਰ ਦਾ, ਮਾਨ ਸਾਹਿਬ ਦਾ ਬਹੁਤ ਵੱਡਾ ਨਾਮ ਹੈ, ਕਿਸੇ ਨੂੰ ਦੱਸਣ ਕਹਿਣ ਦੀ ਜ਼ਰੂਰਤ ਨਹੀਂ। ਅਮਤੋਜ ਹੋਰਾਂ ਦਾ ਬਹੁਤ ਵੱਡਾ ਨਾਮ ਹੈ, ਪਰ ਇਸ ਪਰਿਵਾਰ ਦਾ ਜਿਹੜਾ ਅਨਸੰਗ ਹੀਰੋ ਉਹ ਸਾਡਾ ਰਵੀ ਬਾਈ ਸੀ। ਕਿ ਇੱਕ ਐਡੀ ਵੱਡੀ ਜ਼ਿੰਮੇਵਾਰੀ ਇਸ ਪਰਿਵਾਰ ਦੇ ਨਾਂ ਦੀ, ਕਿ ਜਿਹੜਾ ਵੀ ਕੋਈ ਸਮਾਜਿਕ, ਕੋਈ ਦੂਰੋਂ ਨੇੜਿਓਂ ਲੋਕ ਮਿਲਣ ਆਉਣ ਤੇ ਕੋਈ ਉਲਾਂਭਾ ਨਾ ਆਵੇ ਪਰਿਵਾਰ ਤੇ ਉਹਨਾਂ ਦੀ ਸੇਵਾ ਸੰਭਾਲ ਸਾਂਭਣਾ, ਵਿਚਰਨਾ, ਸਮਾਜਿਕ ਦੁੱਖ ਸੁੱਖ ਲੋਕਾਂ ਦੇ ਆਪਦੇ ਪਿੰਡ ਵਿੱਚ। ਤੇ ਅੱਜ ਉਹ ਰਵੀ ਬਾਈ ਪੂਰੀ ਚੜ੍ਹਦੀ ਕਲਾ, ਜ਼ਿੰਦਗੀ ਦੀ ਆਖਰੀ ਲੜਾਈ ਪੂਰੀ ਜੂਝ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜਿਆ। ਇਨਸਾਨ ਆਪਾਂ ਜਿਉਂਦੇ ਜਾਗਦੇ ਹਾਂ, ਆਪਣੇ ਜਜ਼ਬਾਤ ਆ, ਜਿੰਨਾ ਮਰਜ਼ੀ ਲਿਖਦੇ ਹਾਂ, ਗਾਉਣੇ ਹਾਂ, ਗੁਰਬਾਣੀ ਦਾ ਸਾਨੂੰ ਆਸਰਾ, ਅਸੀਂ ਸਮਝਦੇ ਹਾਂ ਇਹ ਚੀਜ਼ਾਂ, ਇਹ ਸੱਚ ਹੀ ਇਹ ਹੈ ਸਿਰਫ ਕਿ ਸਭ ਨੇ ਜਾਣਾ, ਇੱਕੋ ਹੀ ਜ਼ਿੰਦਗੀ ਦਾ ਸੱਚ ਹੈ। ਪਰ ਦੁੱਖ ਇਹ ਹੈ ਕਿ ਥੋੜ੍ਹਾ ਬੇਵਕਤ ਜਦੋਂ ਬੰਦਾ ਜਾਂਦਾ ਤੇ ਉਹ ਝੱਲਣਾ, ਉਹ ਬਰਦਾਸ਼ਤ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ। ਮੈਂ ਖੁਦ ਰਵੀ ਦੀ ਬਾਈ ਦੀ ਉਮਰ ਦਾ ਹੀ ਤਕਰੀਬਨ 2 ਸਾਲ ਵੱਡਾ ਉਮਰ 'ਚ ਮੇਰਾ ਭਰਾ ਭਰ ਜਵਾਨੀ 'ਚ ਇੱਦਾਂ ਹੀ ਰਵੀ ਬਾਈ ਵਾਂਗੂ ਮੈਂ ਵੀ ਗਵਾਇਆ, ਖੋਇਆ ਸੀ ਜੀ। ਪਰ ਉੱਥੇ ਫਿਰ ਆ ਕੇ ਧਰਵਾਸ ਵੀ ਆਉਂਦਾ। ਮਾਨ ਸਾਹਿਬ ਨੇ ਲਿਖਿਆ ਕਿ ਕਹਿਣਾ ਕੁਛ ਹੋਰ ਨਾ, ਲਿਖੀਆਂ ਤੇ ਜ਼ੋਰ ਨਾ, ਮਰ ਗਿਆ ਦੇ ਮਗਰੋਂ ਲੋਕੀ ਇਹ ਪਾਉਂਦੇ ਕਹਾਣੀਆਂ, ਮਨ ਨਾ ਮਰ ਜਾਣਾ ਪਿੱਛੇ, ਯਾਦਾਂ ਰਹਿ ਜਾਣ। ਅੱਜ ਅਮੁੱਲ ਖਜ਼ਾਨਾ ਸਾਡੇ ਕੋਲੇ ਰਵੀ ਬਾਈ ਦੀਆਂ ਯਾਦਾਂ ਦਾ, ਸਭ ਨਾਲ ਚੰਗੀਆਂ ਯਾਦਾਂ ਦਾ, ਹਸਮੁਖ ਰਵੀ ਬਾਈ ਦੀਆਂ ਯਾਦਾਂ ਸਾਡੇ ਕੋਲ ਨੇ। ਮੈਂ ਪਿੰਡ ਵੀ 4 ਦਿਨ ਪਹਿਲਾਂ ਮੈਂ ਮਾਨ ਸਾਹਿਬ ਨੂੰ ਮੈਂ ਕਿਹਾ, ਮਾਨ ਸਾਹਿਬ ਜਿੰਨਾ ਕਿ ਮੈਂ ਓਬਜ਼ਰਵ ਕੀਤਾ, ਤੁਸੀਂ ਕਈ ਵਾਰੀ ਜੇ ਜ਼ਿੱਦ ਵੀ ਪੈਣਾ ਜਾਂ ਕੂਰ ਵੀ ਲੈਣਾ, ਮੈਂ ਰਵੀ ਨੂੰ ਕਿਤੇ ਤੁਹਾਡੇ ਮੂਹਰੇ ਬੋਲਦਾ ਜਾਂ ਗੁੱਸੇ ਹੁੰਦਾ ਉਹਨੇ ਚੁੱਪ ਕਰ ਜਾਣਾ। ਔਰ ਪਰਿਵਾਰ ਦੇ ਵਿੱਚ ਅਸੀਂ ਇੱਕ ਗੀਤਕਾਰ ਦੇ ਤੌਰ ਤੇ ਮਾਨ ਸਾਹਿਬ ਨੂੰ ਪੂਰਾ ਸੰਸਾਰ ਜਾਣਦਾ, ਫਿਲਮ ਡਾਇਰੈਕਟਰ ਦੇ ਤੌਰ ਤੇ ਅਮਤੋਜ ਨੂੰ ਜਾਣਦਾ, ਪਰ ਜਿਹੜੀ ਕਲਾ ਦੀ ਪਰਖ ਰਵੀ ਬਾਈ ਨੂੰ ਸੀ ਉਹ ਵੀ ਕਮਾਲ ਸੀ। ਕੋਈ ਗੀਤ, ਕੋਈ ਐਲਬਮ ਪਹਿਲਾਂ ਸੁਣਾ ਦੇਣੀ ਤੇ ਇੰਨਾ ਸਪਸ਼ਟ, ਇੰਨਾ ਮਾਨ ਸਾਹਿਬ ਵਾਂਗੂ ਮੂੰਹ ਤੇ ਕਹਿ ਦੇਣਾ, ਯਾਰ ਇਹ ਤਾਂ ਐਵੇਂ ਹੀ ਹੈ, ਇਹ ਨਹੀਂ ਚੱਲਦਾ, ਕੋਈ ਓਲਾ ਨਹੀਂ ਸੀ। ਔਰ ਸੱਚੀ ਉਹ ਕਈ ਵਾਰੀ ਬੜਾ ਸਮਝਾਉਣਾ, ਨਹੀਂ ਬਾਈ ਜੀ ਐਂ ਹੋਵੇ ਇੱਦਾਂ, ਨਹੀਂ ਯਾਰ ਕਹਿੰਦਾ ਮੈਨੂੰ ਨਹੀਂ ਲੱਗਦਾ, ਇੱਥੇ ਨਹੀਂ ਵੱਜਿਆ, ਇਹ ਨਹੀਂ ਮੈਨੂੰ ਨਹੀਂ ਲੱਗਦਾ, ਔਰ ਸੱਚੀ ਇੱਦਾਂ ਹੀ ਹੋਣਾ। ਸਾਡਾ ਬਹੁਤ ਪਿਆਰਾ ਵੀਰ ਸਾਥੋਂ ਜਿਸਮਾਨੀ ਤੌਰ ਤੇ ਦੂਰ ਚਲਿਆ ਗਿਆ, ਉਹਦੀਆਂ ਬੇਸ਼ੁਮਾਰ ਯਾਦਾਂ ਸਾਡੇ ਕੋਲ ਨੇ। ਔਰ ਪਰਵਿਰਦਗਾਰ ਬੜਾ ਮਿਹਰਬਾਨ ਹੈ ਕਿ ਬਹੁਤ 2 ਪਿਆਰੇ ਬੱਚੇ, ਜੈ ਬਹੁਤ ਲਾਇਕ ਬੇਟਾ, ਕੈਨੇਡਾ ਸੈਟਲਡ, ਰਵੀ ਬਾਈ ਦਾ ਬੇਟਾ ਬਹੁਤ ਹੀ ਸੰਸਕਾਰਾਂ ਵਾਲਾ ਬੱਚਾ, ਬੜੀ ਤਹਿਜ਼ੀਬ ਵਾਲੀ ਸਾਡੀ ਬੇਟੀ ਰਿਸ਼ਮ, ਪੂਰਾ ਪਰਿਵਾਰ ਸਾਰੇ। ਔਰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਪੰਜਾਬੀਆਂ ਦੇ ਸੁਨੇਹੇ, ਸ਼ੋਕ ਸੰਦੇਸ਼ ਆਏ ਨੇ, ਕਿਉਂਕਿ ਮਾਨ ਸਾਹਿਬ ਨੇ ਖੁਸ਼ੀਆਂ ਵੰਡੀਆਂ ਸਾਰੀ ਉਮਰ। ਤੇ ਮੈਂ ਬਸ ਇਹੀ ਮੇਰੀ ਅਰਦਾਸ ਆ ਸਾਡੀ ਭੈਣ ਨੂੰ, ਪਿਆਰੀ ਭੈਣ ਨੂੰ, ਮਾਲਕ ਸਹਿਣ ਸ਼ਕਤੀ ਦੇਵੇ। ਉਹਨਾਂ ਦੀਆਂ ਯਾਦਾਂ, ਉਹ ਕਿਤੇ ਤੁਰ ਜਾਣ ਵਾਲੇ ਜਾਂਦੇ ਨਹੀਂ, ਕਿਤੇ ਸਾਡੇ ਨਾਲ ਹੀ ਹੁੰਦੇ, ਹਮੇਸ਼ਾ ਸਾਡੇ ਨਾਲ। ਤੇ ਰਵੀ ਸਾਡੇ ਨਾਲ ਰਹੂ। ਉਚੇਚੇ ਤੌਰ ਤੇ ਅੱਜ ਸਵੇਰੇ
ਭਗਵੰਤ ਨਾਲ ਉਹਦੀ ਬਹੁਤ ਯਾਰੀ ਸੀ ਤੇ ਭਗਵੰਤ ਲਈ ਫਿਕਰ ਵੀ ਕਰਦਾ ਸੀ ਉਹ ਅਖੀਰਲੇ ਪਲ ਤੱਕ। ਤੇ ਮੈਨੂੰ ਅੱਜ ਖਾਸ ਤੌਰ ਤੇ ਭਗਵੰਤ ਨੇ ਹਾਜ਼ਰੀ ਲਵਾਉਣ ਨੂੰ ਜ਼ਰੂਰ ਕਿਹਾ ਸੀ ਕਿ ਮੇਰੇ ਵੱਲੋਂ ਵੀ ਮੇਰੀ ਹਾਜ਼ਰੀ ਲਵਾ ਦੇਣਾ। ਰਾਮੂਵਾਲੀਆ ਸਾਹਿਬ, ਬਾਕੀ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਆਈਆਂ ਅਲੱਗ-ਅਲੱਗ ਪੋਲੀਟੀਕਲ ਸਾਡੇ ਕਲਾ ਦੇ ਖੇਤਰ ਤੋਂ, ਕੋਈ ਇਹ ਮਹਿਸੂਸ ਨਾ ਕਰੇ ਕਿਉਂਕਿ ਟਾਈਮ ਦੀ ਬਹੁਤ ਥੋੜ੍ਹਾ ਜਿਹਾ ਸਭ ਦੇ ਵਕਤ ਦੀ ਅਸੀਂ ਕਦਰ ਕਰਦੇ ਹਾਂ। ਰਾਮੂਵਾਲੀਆ ਸਾਹਿਬ ਨਾਲ ਬਹੁਤ ਪੁਰਾਣੀਆਂ ਬਾਪੂ ਜੀ ਦੀਆਂ ਪਾਰ ਸਾਹਿਬ ਨਾਲੋਂ ਸਾਂਝਾਂ ਸੀ। ਤੇ ਮੈਂ 1-2 ਮਿੰਟ ਦੇ ਲਈ ਅਮਤੋਜ ਭਾਈ, ਅੱਛਾ ਸੌਰੀ ਮੈਨੂੰ ਫਿਰ ਪਤਾ ਨਹੀਂ ਸੀ। ਸੋ ਅਮਤੋਜ ਭਾਈ ਜੀ ਕਹਿੰਦੇ ਨਹੀਂ, ਮੈਂ ਕਿਹਾ ਨਹੀਂ ਯਾਰ, ਭਾਈ ਭਾਈਆਂ ਦਾ ਦਰਦ ਵਡਾਉਂਦੇ, ਭਾਈ ਭਾਈਆਂ ਦੀਆਂ ਬਾਹਾਂ, ਤੇ ਜਜ਼ਬਾਤ ਉਹਨਾਂ ਨੂੰ ਮੈਂ ਜ਼ਰੂਰ ਗੁਜ਼ਾਰਿਸ਼ ਕਰੂੰਗਾ ਉਹ 2 ਮਿੰਟ ਬੋਲਣਗੇ। ਬਾਕੀ ਆਈ ਹੋਈ ਸਾਰੀ ਸੰਗਤ, ਬਹੁਤ ਮਾਨ ਸਾਹਿਬ ਨੂੰ ਤੁਸੀਂ ਪਿਆਰ ਕਰਦੇ ਹੋ, ਇਸ ਪਰਿਵਾਰ ਨੂੰ ਪਿਆਰ ਕਰਦੇ ਹੋ। ਤੇ ਇਹ ਇਲਾਕਾ ਸਾਰਾ ਰਵੀ ਬਾਈ ਨੂੰ, ਪਿੰਡ ਜਿਹਦੇ ਵਿੱਚ ਉਹ ਦਿਨ ਰਾਤ ਵਿਚਰਦਾ ਸੀ, ਮਰਾੜ ਇੱਕ ਪਹਿਚਾਣ ਜਿਹੜੀ ਮਰਾੜ ਪਿੰਡ ਦੀ ਮਾਨ ਸਾਹਿਬ ਨਾਲ ਹੀ ਨਹੀਂ ਸੀ, ਤੁਹਾਡੀ ਸਭ ਦੀ ਇੱਕ ਰਵੀ ਕਰਕੇ ਵੀ ਮਰਾੜ ਨਾਲ ਸਾਂਝ ਸੀ। ਸੋ ਬਹੁਤ ਮਾਲਕ ਸਾਨੂੰ ਹਿੰਮਤ ਦੇਵੇ, ਤਾਕਤ ਦੇਵੇ ਇਸ ਭਾਣਾ ਮੰਨਣ ਦੀ। ਉਹੀ ਦਿੰਦਾ ਜਿਹੜਾ ਪਾਉਂਦਾ, ਉਹੀ ਹਿੰਮਤ ਵੀ ਦਿੰਦਾ ਗਾ। ਸੋ ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਲਾਵੇ ਸਾਡੇ ਪਿਆਰੇ ਵੀਰ ਨੂੰ। ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਬਹੁਤ ਸੰਖੇਪ ਵਾਸਤੇ ਸਾਡੇ ਨਿਧੜਕ ਨੇਤਾ ਕੇਂਦਰੀ ਮੰਤਰੀ ਰਹੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਨੂੰ ਬੇਨਤੀ ਕਰਦਾ ਕਿ ਸੰਖੇਪ ਰੂਪ ਦੇ ਵਿੱਚ ਰਵੀ ਮਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਰਾਮੂਵਾਲੀਆ ਜੀ। ਸ਼ੋਕਗ੍ਰਸਤ ਇਸ ਸਭਾ ਵਿੱਚ ਹਾਜ਼ਰ ਦੇਵਤਾ ਰੂਪ ਤੇ ਸਰਦਾਰ ਬਾਬੂ ਸਿੰਘ ਮਾਨ ਜੀ ਨਾਲ ਦੁੱਖ ਵੰਡਾਉਣਾ ਹੈ ਤੇ ਰਵੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਸਭ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਰਿਵਾਰ 'ਚੋਂ ਲੁਧਿਆਣਵੀ ਜੀ, ਜੱਸੀ ਜੀ, ਹਰਭਜਨ ਮਾਨ ਹੋਰੀ ਸਾਰੇ ਹਾਜ਼ਰ ਹੈ। ਮੈਂ ਨਾ ਸਭ ਬਾਬੂ ਸਿੰਘ ਬੈਠਾ ਸੋਚ ਰਿਹਾ ਸੀ ਵੀ ਤੁਸੀਂ ਕਿਹੜੀ ਕਮੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਸਮਾਜ ਨੇ ਛੱਡੀ। ਅੱਜ ਤੁਹਾਡੀ ਗਿਣਤੀ ਧਨੀ ਰਾਮ ਚਾਤਰਕ, ਅੱਜ ਤੁਹਾਡੀ ਗਿਣਤੀ ਵਾਰਸ ਸ਼ਾਹ, ਬੁੱਲੇ ਸ਼ਾਹ, ਸਾਧੂ ਦਇਆ ਸਿੰਘ ਆਰਫ, ਨੰਦ ਲਾਲ ਨੂਰਪੁਰੀ, ਜਿਹੜੇ ਵੱਡੇ ਵੱਡੇ ਪੰਜਾਬੀ ਮਾਂ ਦੇ ਤਾਜ ਮਹਿਲ ਤੋਂ ਵੱਡੇ ਲੇਖਕ ਹੋਏ, ਅੱਜ ਤੁਸੀਂ ਉਹਨਾਂ 'ਚ ਸ਼ਾਮਲ ਹੈ। ਅੱਜ ਸਰਦਾਰ ਨਿਧੜਕ ਸਿੰਘ ਬਰਾੜ ਆਏ, ਸਦਮਾ ਸਾਹਿਬ ਮੈਂ ਦਰਸ਼ਨ ਕੀਤੇ। ਮੈਂ ਦੇਖਿਆ ਵੀ ਪੰਜਾਬ ਹੀ ਨਹੀਂ, ਭਾਰਤ ਦੇ ਕੋਨੇ 'ਚੋਂ ਇੱਕ ਵੀ ਐਸੇ ਨਹੀਂ ਜਿਨ੍ਹਾਂ ਨੂੰ ਅਸੀਂ ਕਹੀਏ ਵੀ ਉਹਨਾਂ ਨੇ ਇਸ ਪ੍ਰਤੀ ਆਪਣੀ ਹਾਜ਼ਰੀ ਨਹੀਂ ਲਾਈ। ਮੈਂ ਇੱਕ ਮਹਿਸੂਸ ਕਰਦਾ ਫਸਲਾਂ ਵਿੱਚੋਂ ਇੱਕ ਬੂਟਾ ਵੀ ਪੱਟਿਆ ਜਾਵੇ, ਬੂਟਾ ਵੀ ਸੁੱਕ ਜਾਵੇ ਤਾਂ ਐਂ ਲੱਗਦਾ ਕਿ ਦੂਜੇ ਬੂਟੇ ਨਮੋਸ਼ ਹੋ ਗਏ। ਤਾਰਿਆਂ ਭਰੀ ਰਾਤ ਵਿੱਚ ਇੱਕ ਤਾਰੇ ਦਾ ਟੁੱਟ ਜਾਣਾ, ਜਿੱਥੇ ਅਰਬਾਂ ਖਰਬਾਂ ਸਿਤਾਰੇ ਹੈ, ਉੱਥੇ ਵੀ ਦੁਖਦਾਈ ਭਾਵਨਾਵਾਂ ਪੈਦਾ ਹੁੰਦੀ ਹੈ। ਅੱਜ ਜਿਸ ਪੰਛੀ ਜਿਸ ਬਿਰਛ 'ਤੇ ਰਹਿੰਦੇ ਹੈ, ਉਹਨਾਂ ਕੋਲੋਂ ਜੇ ਗਲਤੀ ਨਾਲ ਪੱਤਾ ਟੁੱਟ ਜਾਵੇ ਤਾਂ ਉਹਨੂੰ ਉਹ ਝੂਰ ਕੇ ਦੇਖਦੇ ਹੈ। ਮੈਂ ਸਮਝਦਾ ਕਿ ਕਈ ਵਾਰੀ ਇਉਂ ਹੋ ਜਾਂਦਾ ਹੈ। ਸਾਡੇ ਪਿਤਾ ਜੀ ਕਰਨੈਲ ਸੋ ਰਾਮੂਵਾਲੀਆ ਨੇ ਇੱਕ ਕਵਿਤਾ ਦਾ ਬੰਦ ਲਿਖਿਆ, ਮੈਂ ਜਦੋਂ ਅੰਦਰ ਵੜਿਆ, ਸ਼ਾਇਦ ਹਰਭਜਨ ਹੋਰਾਂ ਨੂੰ ਜ਼ਿਆਦਾ ਆਉਂਦਾ ਹੋਵੇ, ਉਹ ਲਿਖਿਆ ਕਿ ਤੱਕ ਕੇ ਤੇ ਤਪਦੇ ਕਲੇਜੇ ਠਰਦੇ, ਮਾਪੇ ਜਿਉਂਦਿਆਂ ਤੋਂ ਕਾਹਤੋਂ ਪੁੱਤਰ ਮਰਦੇ, ਮੌਤ ਦੀ ਮੰਡੀ 'ਚ ਕਿਉਂ ਬੱਚਿਆਂ ਦੀ ਗਾਹਕੀ ਹੈ, ਮਾਲਕਾ ਹਜੇ ਕੋਈ ਕਸਰ ਬਾਕੀ ਹੈ। ਮੈਂ ਉਹਨਾਂ ਦੇ ਪੂਜਨੀਕ ਮਾਤਾ ਜੀ ਨੂੰ, ਅਮਿਤੋਜ ਜੀ ਨੂੰ, ਸਰਦਾਰ ਬਾਬੂ ਸਿੰਘ ਮਾਨ ਨੂੰ, ਅਨੇਕਾਂ ਹੀਰਿਆਂ ਮੋਤੀਆਂ ਤੋਂ ਮਹਿੰਗੇ ਉਹਨਾਂ ਦੇ ਜੀਵਨ ਦੇ
ਮਿੱਤਰਾਂ ਦੀ ਮਾਲਾ ਦੇ ਮਣ ਕੇ ਆਪਾਂ ਸਾਰੇ ਐ ਅਸੀਂ ਅੱਖਾਂ ਨਾਲ ਨਹੀਂ, ਦਿਲ ਨਾਲ ਵੀ ਤੇ ਕਲੇਜੇ ਨਾਲ ਵੀ ਹੰਝੂ ਭਰ ਕੇ ਬੱਚੇ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਹੇ ਸੱਚੇ ਸਤਿਗੁਰੂ, ਕਿਸੇ ਦੇ ਵੱਸ ਨਹੀਂ, ਆਵਾਗਮਨ ਤੋਂ ਮੁਕਤੀ ਪ੍ਰਦਾਨ ਕਰੋ। ਸਭ ਤੋਂ ਵੱਧ ਤੁਸੀਂ ਕੀ ਚੋਜ ਰਚਾਇਆ ਇਹ ਤੁਹਾਨੂੰ ਪਤਾ ਹੈ। ਹੁਣ ਸਾਨੂੰ ਸਾਰਿਆਂ ਨੂੰ ਇਹ ਅਕਹਿ ਵਿਛੋੜਾ, ਇਹ ਸਦੀਵੀ ਦਰਦ, ਇਹ ਚੀਸਾਂ, ਇਹ ਪੀੜਾਂ, ਇਹ ਪਛਤਾਵਾ, ਇਹ ਝੋਰਾ, ਇਹਦੇ ਤੋਂ ਨਿਜਾਤ ਮਾਤ ਲੋਕ ਰਹਿੰਦਿਆਂ 'ਚ ਮਿਲੇ। ਇਹਨਾਂ ਸ਼ਬਦਾਂ ਨਾਲ ਮੈਂ ਸਿਰ ਝੁਕਾ ਕੇ ਸ਼ਰਧਾਂਜਲੀ ਭੇਟ ਕਰਦਾ ਔਰ ਹਾਜ਼ਰੀ ਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੁਖਵਿੰਦਰ ਸਾਡਾ ਹਰਮਨ ਪਿਆਰਾ ਕਲਾਕਾਰ ਬੰਬੇ ਤੋਂ, ਜੱਸੀ ਗੁਰਦਾਸਪੁਰੀ, ਰਾਜ ਤਵਾੜੀ, ਜੀਤ ਜਗਜੀਤ, ਭਿੰਦਰ ਡੱਬ ਵਾਲੀ, ਪਾਲੀ ਦੇਤਾਲੀਆ, ਜਸਵੰਤ ਸੰਦੀਲਾ, ਹਰਜੀਤ ਸਿੰਘ ਜੀ ਡਾਇਰੈਕਟਰ ਰਹੇ ਦੂਰਦਰਸ਼ਨ ਦੇ, ਬੈਠੇ ਨੇ, ਫਿਲਮਾਂ ਬਣਾਉਂਦੇ ਨੇ, ਅਸ਼ੋਕ ਬਾਂਸਲ ਮਾਨਸਾ, ਰਜਿੰਦਰ ਸਿੰਘ ਫਾਈਨਟੋਨ, ਗੁਰਵਿੰਦਰ ਬਰਾੜ, ਹਰਿੰਦਰ ਸੰਧੂ, ਅਵਕਾਸ਼ ਮਾਨ ਹਰਭਜਨ ਜੀ ਦੇ ਬੇਟੇ, ਸਿੱਪੀ ਗਿੱਲ, ਰਾਜਵੀਰ ਜਵੰਦਾ, ਮਲਕੀਤ ਰੌਣੀ ਜਿਨ੍ਹਾਂ ਨੂੰ ਅਸੀਂ ਨਿੱਤ ਫਿਲਮਾਂ 'ਚ ਦੇਖਦੇ ਹਾਂ, ਚਰਨਜੀਤ ਧੂਜਾ ਜੀ, ਔਰ USA ਤੋਂ ਗੁਰਚਰਨ ਪੋਲੀ, ਮਨਪ੍ਰੀਤ ਟਵਾਣਾ ਗੀਤਕਾਰ, ਦਿਲਬਾਗ ਚਹਿਲ, ਮਨਮੋਹਨ ਸਿੰਘ ਜੀ ਦਾ ਜ਼ਿਕਰ ਆਇਆ, ਕਿੰਨੀਆਂ ਫਿਲਮਾਂ ਉਹਨਾਂ ਨੇ ਬਣਾਈਆਂ, ਅਸੀਂ ਆਦਰ ਨਾਲ ਉਹਨਾਂ ਨੂੰ ਮਨ ਜੀ ਕਹਿੰਦੇ ਹਾਂ। ਔਰ ਇਸ ਤੋਂ ਇਲਾਵਾ ਕੁਲਵਿੰਦਰ ਕਮਲ ਜੀ, ਪ੍ਰੋਫੈਸਰ ਬਰਮ ਜਗਦੀਸ਼ ਸਾਡੇ ਵਿਦਵਾਨ ਲਿਖਾਰੀ, ਜਸ ਸੰਧੂ ਗਾਇਕ, ਭਿੰਦੇ ਸ਼ਾਹ, ਸਰਬਜੀਤ ਧਾਲੀਵਾਲ ਅੰਗਰੇਜ਼ੀ ਦੇ ਵੱਡੇ ਪੱਤਰਕਾਰ ਚੰਡੀਗੜ੍ਹ ਤੋਂ, ਸਾਬਕਾ MP ਪ੍ਰੋਫੈਸਰ ਸਾਧੂ ਸਿੰਘ ਬੈਠੇ ਹਨ। ਬਹੁਤ ਹਸਤੀਆਂ, ਭਾਈ ਮਨਧੀਰ ਸਿੰਘ ਜੀ, ਨਧੜਕ ਬਰਾੜ ਜੀ, ਸਤਬੀਰ ਸਿੰਘ ਪ੍ਰਿੰਸੀਪਲ ਸਟਾਫਰ ਪੰਜਾਬੀ ਟ੍ਰਿਬਿਊਨ ਕੈਨੇਡਾ ਤੋਂ ਆਏ ਆ, ਗੁਰਮੀਤ ਸਿੰਘ ਕੋਟਕਪੂਰਾ, ਐਕਟਰ ਸਰਦਾਰ ਸੋਹੀ ਬੈਠੇ ਆ, ਮਾਨ ਸਾਹਿਬ ਦੇ ਬਹੁਤ ਪਿਆਰੇ ਮਿੱਤਰ, ਮਹੀਪ ਸੇਖੋਂ, ਰਣਜੀਤ ਸਿੰਘ ਭੋਲੂਵਾਲਾ, ਔਰ ਜਲੌਰ ਸਿੰਘ ਖੀਵਾ ਜੀ, ਗੁਰਨੈਬ ਸਿੰਘ ਬਰਾੜ ਸਾਹਿਬ ਕਾ MLA, ਪਰਮਜੀਤ ਸਿੱਧਵਾਂ। ਬਹੁਤ ਵੱਡੀ ਲਿਸਟ ਆ ਮੇਰੇ ਕੋਲੇ, ਪਰ ਗੁਸਤਾਖੀ ਇਸ ਗੱਲ ਦੀ ਹੈ ਕਿ ਮੈਂ ਜਿਵੇਂ ਜਿਵੇਂ ਵੇਖੀ ਗਿਆ, ਜਿਵੇਂ ਜਿਵੇਂ ਜਾਣਦਾ ਸੀ ਉਵੇਂ ਮੈਂ ਨੋਟ ਕਰੀ ਗਿਆ। ਇਹ ਅੱਗੇ ਪਿੱਛੇ ਕਿਹਦਾ ਨਾਮ ਬੋਲਿਆ ਗਿਆ ਇਹ ਇਹਨਾਂ ਸਮਿਆਂ ਦੇ ਉੱਤੇ ਕੋਈ ਮਹੱਤਤਾ ਨਹੀਂ ਰੱਖਦਾ ਹੈ। ਸੋ ਮੈਂ 2 ਮਿੰਟਾਂ ਵਾਸਤੇ ਮੁਹੰਮਦ ਸਦੀਕ ਸਾਹਿਬ ਦੀਆਂ ਅੱਖਾਂ 'ਚੋਂ ਅੰਸੂ ਆ ਰਹੇ ਸੀ, ਨਹੀਂ ਰਹਿ ਸਕੇ। 2 ਮਿੰਟਾਂ ਵਾਸਤੇ ਰਵੀ ਮਾਨ ਨੂੰ ਮੁਹੰਮਦ ਸਦੀਕ ਸਾਹਿਬ ਸ਼ਰਧਾਂਜਲੀ ਭੇਟ ਕਰਨਗੇ। ਉਸ ਤੋਂ ਬਾਅਦ ਉਹਨਾਂ ਦੇ ਭਰਾਤਾ ਅਮਿਤੋਜ਼ ਮਾਨ ਤਿਆਰ ਰਹੇ। ਦਸਾਂ ਗੁਰੂਆਂ ਦੀ ਜੋਤ, ਸਾਹਿਬ ਕਮਾਲ, ਸਾਹਿਬ ਜਮਾਲ, ਦੀਨ ਦੁਨੀਆ ਦੇ ਰਾਖੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਅੱਜ ਸੰਸਾਰ ਪ੍ਰਸਿੱਧ ਗੀਤਕਾਰ, ਸਾਬਕਾ ਸਰਪੰਚ ਸਰਦਾਰ ਬਾਬੂ ਸਿੰਘ ਮਾਨ ਜੀ ਦੇ ਪਿਆਰੇ ਸਪੁੱਤਰ ਰਵੀ ਪ੍ਰਕਾਸ਼ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ, ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਰਾਗੀ ਸਿੰਘਾਂ ਨੇ ਬੜਾ ਸ਼ੋਕਮਈ ਕੀਰਤਨ ਕੀਤਾ ਅਤੇ ਫਰਮਾਇਆ, ਮਰਨ ਲਿਖਾਏ ਮੰਡਲ ਮੇਂ ਆਏ। ਜਦੋਂ ਕੋਈ ਇਨਸਾਨ ਦੁਨੀਆ ਵਿੱਚ ਆਉਂਦਾ, ਉਹਦੇ ਜਾਣ ਦਾ ਸਮਾਂ, ਉਹਦੇ ਜਾਣ ਦਾ ਜਗ੍ਹਾ, ਇਹ ਸਭ ਤੈਅ ਹੁੰਦੀ ਹੈ। ਰਵੀ ਜਿਹਨੂੰ ਮੈਂ ਆਪਣੀ ਗੋਦ ਵਿੱਚ ਖਿਡਾਇਆ, ਕੁਝ ਕਹਿਣ ਨੂੰ ਜੀ ਨਹੀਂ ਕਰਦਾ, ਪਰ ਮਾਨ ਸਾਹਿਬ ਕਹਿੰਦੇ 2 ਮਿੰਟ ਬੋਲ ਲੈ। ਐਡਾ ਪਿਆਰਾ ਬੱਚਾ ਸੀ ਉਹ, ਜਿਹੜਾ ਅਸਾਏ ਤੇ ਅਕਾਏ ਦੁੱਖ ਦੇ ਗਿਆ ਸਾਰੇ ਪਰਿਵਾਰ ਨੂੰ, ਯਾਰਾਂ ਦੋਸਤਾਂ ਨੂੰ, ਮਿੱਤਰਾਂ ਨੂੰ। ਸਮਝ ਨਹੀਂ ਆਉਂਦੀ ਪਰਮਾਤਮਾ ਦੀ ਇਹ ਕੀ ਲੀਲਾ ਹੈ, ਇਹ ਕਿਹਦੀ ਲਈ ਹੈ, ਕੀ ਕਰਦਾ ਉਹ, ਕਿਉਂ ਕਰਦਾ। ਐਸੇ ਸਮੇਂ 'ਚ ਜਦੋਂ ਕਿਸੇ ਬੰਦੇ ਦੀ ਲੋੜ ਹੁੰਦੀ ਹੈ, ਜਦੋਂ ਕਿਸੇ ਬੰਦੇ ਦੀ ਜ਼ਰੂਰਤ ਹੁੰਦੀ ਹੈ, ਜਦੋਂ ਬੰਦਾ ਚਾਹੀਦਾ ਹੁੰਦਾ, ਉਸ ਵੇਲੇ ਪਰਮਾਤਮਾ ਪਤਾ ਨਹੀਂ ਕਿਉਂ ਐਸੀ ਕਹਿਰੀ ਨਜ਼ਰ ਦੇ ਨਾਲ ਉਹਨੂੰ ਪਰਿਵਾਰ ਤੋਂ, ਸਮਾਜ ਤੋਂ, ਦੁਨੀਆ ਤੋਂ ਵਿਛੋੜਾ ਦੇ ਜਾਂਦਾ। ਸਾਧ ਸੰਗਤ ਜੀ, ਪਿੰਡ ਮਰਾੜ ਕਲਾਕਾਰਾਂ ਦਾ ਮੱਕਾ ਹੈ, ਮੱਕਾ ਸਾਰੇ ਕਲਾਕਾਰਾਂ ਦਾ।
ਉਹਦੇ ਵਿੱਚ ਪੰਜਾਬੀ ਕਲਾਕਾਰ ਵੀ ਆਉਂਦੇ ਨੇ, ਹਿੰਦੀ ਦੇ ਕਲਾਕਾਰ ਵੀ ਆਉਂਦੇ ਨੇ, ਸਨੀ ਦਿਓਲ ਵਰਗੇ, ਧਰਮਿੰਦਰ ਜੀ ਵਰਗੇ ਸਾਰੇ। ਤੋ ਇਹ ਨਗਰ ਜਿਸ ਦਾ ਨਾਂ ਸਾਰੇ ਸੰਸਾਰ ਦੇ ਵਿੱਚ ਬਾਬੂ ਸਿੰਘ ਮਾਨ ਜੀ ਦੀ ਕਲਮ ਨੇ ਐਸਾ ਉਘਾੜਿਆ, ਐਸਾ ਉਜਾਗਰ ਕੀਤਾ। ਜਿੱਥੇ ਤੱਕ ਰਵੀ ਪ੍ਰਕਾਸ਼ ਦਾ ਤਾਲੁਕ ਹੈ, ਉਹ ਬੱਚਾ ਇਹਨਾਂ ਦਾ ਇੰਨਾ ਸੂਝਵਾਨ, ਐਡਾ ਸਿਆਣਾ ਸੀ। ਜੇ ਉਹ ਪਹਿਲਾਂ ਬਿਮਾਰ ਨਾ ਹੁੰਦਾ, ਜਦੋਂ ਕਿਤੇ ਕਿਡਨੀ ਵਗੈਰਾ ਟ੍ਰਾਂਸਫਰ ਹੋਈ ਹੈ, ਉਸ ਵੇਲੇ ਉਹਨੇ ਇੱਥੇ ਨਗਰ 'ਚ ਰਹਿ ਕੇ ਪਿੰਡ ਦੀ ਉਹ ਸੇਵਾ ਕਰਨੀ ਸੀ। ਮੈਨੂੰ ਹੁਣ ਤੱਕ ਯਾਦ ਹੈ, ਮੈਂ ਇਸ ਇਲਾਕੇ ਦਾ ਸੇਵਾਦਾਰ ਹਾਂ। ਮੈਂ ਜਦੋਂ ਬਾਬੂ ਸਿੰਘ ਮਾਨ ਜੀ ਦੇ ਸਿਹਤ ਦਾ ਹਾਲ ਪੁੱਛਦਾ ਸੀ, ਉਹ ਇਹ ਕਹਿ ਕੇ ਵੀ ਡੈਡੀ ਤਾਂ ਠੀਕ ਨੇ, ਅੰਕਲ ਮੇਰੇ ਪਿੰਡ ਦੀਆਂ 2 ਗਲੀਆਂ ਨੇ, ਉਹ ਬਣਾ ਕੇ ਦਿਓ, ਨਹੀਂ ਤਾਂ ਮੈਂ ਗੱਲ ਪੈ ਜਾਊਗਾ। ਸਿਆਸੀ ਤੌਰ 'ਤੇ ਅੜਚਣ ਪੈ ਗਈ, ਕੋਈ ਕਿੰਨਾ ਹੀ ਚਿਰ ਨਹੀਂ ਬਣੀਆਂ, ਪਰ ਆਪਣੇ ਜਾਣ ਤੋਂ ਪਹਿਲਾਂ ਉਹ ਇਹ ਸਾਰੀ ਯੋਜਨਾ ਪੂਰੀ ਕਰਕੇ ਗਿਆ। ਮੈਂ ਸੋਚਦਾ ਐਸੇ ਇਨਸਾਨ ਜਿਨ੍ਹਾਂ ਨੂੰ ਤਰੱਕੀ ਚੰਗੀ ਲੱਗਦੀ ਹੋਵੇ, ਐਸੇ ਇਨਸਾਨ ਜਿਹੜੇ ਲੋਕਾਂ ਦੀ ਸੁੱਖ ਸੁਵਿਧਾ ਸਮਝਦੇ ਹੋਣ, ਜਾਣਦੇ ਹੋਣ, ਪਤਾ ਨਹੀਂ ਪਰਮਾਤਮਾ ਐਡੀ ਛੇਤੀ ਉਹਨਾਂ ਨੂੰ ਕਿਉਂ ਬੁਲਾ ਲੈਂਦਾ। ਇਹਨਾਂ ਦੀ ਜ਼ਰੂਰਤ ਹੈ, ਸਮਾਜ ਨੂੰ ਲੋੜ ਹੈ, ਦੁਨੀਆ ਨੂੰ ਲੋੜ ਹੈ, ਤਾਂ ਕਿ ਉਹ ਦੁਨੀਆ ਵਾਸਤੇ ਸੋਚਦੇ ਰਹਿਣ, ਦੁਨੀਆ ਦੇ ਕੰਮ ਕਰਦੇ ਰਹਿਣ ਅਤੇ ਕਰਾਉਂਦੇ ਰਹਿਣ। ਮੈਂ ਬਹੁਤ ਕੁਛ ਦਾ ਰਾਮੂਗੜੇ ਸਾਹਿਬ ਨੇ, ਸਾਡੇ ਸਾਬਕਾ ਕੇਂਦਰੀ ਮੰਤਰੀ, ਉਹਨਾਂ ਨੇ, ਹਰਭਜਨ ਮਾਨ ਜੀ ਨੇ, ਨਿੰਦਰ ਕੋਗਿਆਨਵੀ ਜੀ ਨੇ ਬਹੁਤ ਕੁਛ ਕਹਿ ਦਿੱਤਾ। ਮੇਰੇ ਕੋਲ ਕਹਿਣ ਨੂੰ ਤਾਂ ਕੁਛ ਨਹੀਂ ਹੈ। ਹਾਂ, ਪਰਿਵਾਰ ਦੇ ਨਾਲ ਮੈਂ ਵੀ ਇਸ ਪਰਿਵਾਰ ਦਾ ਇੱਕ ਮੈਂਬਰ ਹਾਂ। ਸਾਰੀ ਦੁਨੀਆ ਜਾਣਦੀ ਹੈ, ਇਲਾਕੇ ਦੇ ਲੋਕ ਤਾਂ ਜ਼ਿਆਦਾ ਜਾਣਦੇ ਨੇ। ਮੈਂ ਕੰਮ ਹੀ ਇੱਥੋਂ ਸ਼ੁਰੂ ਕੀਤਾ, ਇੱਥੋਂ ਹੀ ਮੈਂ ਆਪਣੇ ਬੱਚੇ ਪਾਲੇ ਨੇ, ਇੱਥੋਂ ਹੀ ਮੈਨੂੰ ਸਭ ਕੁਛ ਮਿਲਿਆ। ਅਤੇ ਮੈਂ ਵੀ ਇੱਕ ਪਰਿਵਾਰ ਦਾ ਮੈਂਬਰ ਹਾਂ, ਦੂਰ ਰਹਾਂ ਨੇੜੇ ਰਹਾਂ, ਪਰ ਮੇਰੇ ਦਿਲ ਦੇ ਵਿੱਚ ਵੀ ਉਨਾ ਹੀ ਦਰਦ ਆ ਜਿੰਨਾ ਸਾਰੇ ਪਰਿਵਾਰ ਦੇ ਵਿੱਚ ਹੈ। ਮੈਂ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ, ਹੇ ਵਾਹਿਗੁਰੂ, ਐਸੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੋ। ਸਾਰੇ ਪਰਿਵਾਰ ਨੂੰ, ਸਮਾਜ ਨੂੰ, ਯਾਰਾਂ ਦੋਸਤਾਂ ਨੂੰ, ਜਿਹੜੇ ਇੱਥੇ ਬੈਠੇ ਨੇ ਅਤੇ ਵਿਦੇਸ਼ਾਂ 'ਚ ਬੈਠੇ ਨੇ, ਉਹਨਾਂ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇਹਨਾਂ ਕਹਿੰਦਾ ਹੋਇਆ ਆਪਣਾ ਸਥਾਨ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਸਦੀਕ ਸਾਹਿਬ। ਸੱਚ ਹੈ ਕਿ ਜਿੱਦਣ ਦੇ ਰਵੀ ਬਾਈ ਜੀ ਨੇ ਸੰਸਾਰ ਤੋਂ ਅਲਵਿਦਾ ਲਈ, ਦੇਸ਼ਾਂ ਵਿਦੇਸ਼ਾਂ ਤੋਂ ਟੈਲੀਫੋਨ ਕਰਕੇ ਵੱਡੀਆਂ ਹਸਤੀਆਂ ਨੇ ਮਾਨ ਸਾਹਿਬ ਨਾਲ ਦੁੱਖ ਸਾਂਝਾ ਕੀਤਾ। ਔਰ ਗਗਨਦੀਪ ਸਿੰਘ ਬਰਾੜ IAS, ਮਨਵੇਸ਼ ਸਿੱਧੂ IAS, ਮਨਦੀਪ ਬਰਾੜ IAS, ਮਨਤਾਰ ਬਰਾੜ ਸਾਬਕਾ MLA, ਉਪਿੰਦਰ ਸ਼ਰਮਾ ਸਾਬਕਾ ਮੰਤਰੀ, ਅਜੇਪਾਲ ਸੰਧੂ ਬੈਠੇ ਹੈ ਕੋਟਕਪੂਰੇ ਤੋਂ, ਕੁਲਤਾਰ ਸੰਧਵਾ, ਪ੍ਰੀਤਪਾਲ ਸ਼ਰਮਾ, ਗੁਰਮੀਤ ਸਿੰਘ ਖੁੱਡੀਆ, ਕਿੱਕੀ ਢਿੱਲੋਂ, ਭਾਈ ਕੁੱਕੂ ਜੀ, ਸੰਤ ਬਰਾੜ ਜੀ, ਮਹਿੰਦਰ ਸਿੰਘ ਰਮਾਣਾ ਜੀ, ਗੁਰਬਚਨ ਬਰਾੜ ਬਾਘਾ ਪੁਰਾਣਾ ਤੋਂ, ਪੁਰਾਣੇ ਦੋਸਤ ਇਹਨਾਂ ਦੇ। ਇਸ ਤੋਂ ਇਲਾਵਾ ਕਰਨਲ ਬਾਬੂ ਸਿੰਘ, ਜਗਜੀਤ ਸਿੰਘ ਡੱਲੇਵਾਲ, ਸਾਡੇ ਕਿਸਾਨ ਆਗੂ, ਜਿਨ੍ਹਾਂ ਨੇ ਇਸ 5-6 ਦਿਨਾਂ ਦੇ ਵਿੱਚ ਮਾਨ ਮਰਾੜ ਦੇ ਵਿੱਚ ਦੁਨੀਆ ਭਰ ਤੋਂ ਲੋਕ ਅਫਸੋਸ ਕਰਨ ਆਏ। ਗੁਰਦੀਪ ਸਿੰਘ ਬਠਿੰਡਾ, ਦਲਬੀਰ ਸਿੰਘ ਸਾਡੇ ਪਿਆਰੇ ਭਾਜੀ ਸ਼ੇਰਗਿੱਲ UK ਤੋਂ, ਦਰਸ਼ਨ ਸਿੰਘ ਸੰਧੂ ਸਾਬਕਾ DSP, ਪਵਨ ਗੋਇਲ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ, ਕੁਲਦੀਪ ਸਿੰਘ ਭੰਗੇਵਾਲਾ, ਸੁਰਜੀਤ ਸਿੰਘ ਢਿੱਲੋਂ, ਗੁਰਵਿੰਦਰ ਕੌਰ ਭੋਲੂਵਾਲਾ, ਸ਼ਿਵ ਕਮਰ ਸਿੰਘ ਸੰਧੂ ਜਲੰਧਰ ਤੋਂ, ਉਪਦੇਸ਼ ਗਿੱਲ ਜਿਹੜੇ ਡਿੰਪਾ ਜੀ ਸਾਡੇ MP ਆ, ਉਹਨਾਂ ਦੇ ਹੋਣਹਾਰ ਬੇਟੇ ਬੈਠੇ ਆ, ਔਰ ਯਾਦਵਿੰਦਰ ਕਰਫਿਊ ਜਿਹਨੂੰ ਅਸੀਂ ਨਿੱਤ ਪਰੋ ਪੰਜਾਬ TV ਤੇ ਦੇਖਦੇ ਹਾਂ, ਸਾਡਾ ਮਿੱਤਰ ਚੰਡੀਗੜ੍ਹ ਤੋਂ ਸਪੈਸ਼ਲ ਆਏ ਨੇ। ਹਰਜੀਤ ਸਿੰਘ ਜੀ ਸੋਹੀ ਜਿਹੜੇ ਕਿ ਨਾਰਥ ਇੰਡੀਆ ਦੇ ਇਨਕਮ ਟੈਕਸ ਦੇ ਡਾਇਰੈਕਟਰ ਰਹੇ, ਲਿਖਾਰੀ ਵੀ ਹੈ, ਉਹ ਵੀ ਸਾਡੇ ਵਿੱਚ ਬੈਠੇ ਨੇ। ਔਰ ਕੁਲਦੀਪ ਸਿੰਘ ਵਜੀਦਪੁਰ ਕਿਸਾਨ ਆਗੂ। ਇੰਨੀ ਲੰਮੀ ਲਿਸਟ ਹੈ ਕਿ ਮੈਂ ਕਾਫੀ ਨਾਮ ਜਿਹੜੇ ਹੈ ਗੁਸਤਾਖੀ ਮਾਫੀ ਚਾਹੂੰਗਾ। ਅਤੇ ਅਵਤਾਰ ਸਿੰਘ ਬਰਾੜ ਨੂੰ ਕੋਈ ਭੁਲਾ ਨਹੀਂ ਸਕਦਾ, ਬਾਬੂ ਸਿੰਘ ਮਾਨ ਸਾਹਿਬ ਦੇ ਪਿਆਰੇ ਮਿੱਤਰ ਸਨ। ਉਹਨਾਂ ਦੇ ਬੇਟੇ ਨਵਦੀਪ ਬੱਬੂ ਬਰਾੜ ਨੇ ਉਹਨਾਂ ਦੀ ਯਾਦ ਵਿੱਚ ਜਿਹੜੀ ਸੁਸਾਇਟੀ ਬਣਾਈ ਹੈ, ਅਤੇ ਅੱਜ ਰਵੀ ਬਾਈ ਦੇ ਇਸ ਸ਼ਰਧਾਂਜਲੀ ਸਮਾਗਮ ਤੋਂ ਬਾਹਰ ਜਿਹੜੇ ਹੈ ਦਰਖਤ ਰੁੱਖ ਲਾਓ ਵਾਤਾਵਰਨ ਦੀ ਸ਼ੁਰੂਆਤ ਜਿਹੜੀ ਹੈ ਸਾਲ ਭਰ 'ਚੋਂ ਕਰਦੇ ਨੇ। ਤੁਸੀਂ ਸਾਰਿਆਂ ਨੇ ਇੱਕ ਰੁੱਖ ਬਾਈ ਰਵੀ ਮਾਨ ਦੀ ਯਾਦ ਵਿੱਚ ਲੈ ਕੇ ਜਾਣਾ ਹੈ, ਉਹਦੀ ਨਿੱਘੀ ਯਾਦ ਨੂੰ ਸਮਰਪਿਤ। ਭਾਈਆਂ ਬਾਝ ਨਾ ਮਜਲਸਾਂ ਸੌਂਦੀਆਂ ਨੇ, ਅਤੇ ਭਾਈਆਂ ਬਾਝ ਭਰੇ ਭੰਡਾਰ ਨਾਹੀਂ, ਭਾਈ ਮਰਨ ਤਾਂ ਜਾਂਦੀਆਂ ਭੱਜ ਬਾਹੀਂ, ਭਾਈਆਂ ਜਿਹਾ ਕੋਈ ਬੇਲੀ ਮਿੱਤਰ ਯਾਰ ਨਾਹੀਂ। ਅਮਿਤੋਜ ਮਾਨ ਹੋਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ
ਸੰਗਤਾਂ ਦੇ ਸਨਮੁਖ ਹੋਣ। ਅਮਿਤੋਜ ਜਿਸ ਨੇ ਫਿਲਮਾਂ ਤੋਂ ਲੈ ਕੇ ਕਿਸਾਨੀ ਸੰਘਰਸ਼ ਤੱਕ ਸਾਡੇ ਸਮਾਜ ਦੀ ਸੇਵਾ ਕੀਤੀ ਤੇ ਕਰ ਰਹੇ ਹੈ, ਸਾਨੂੰ ਮਾਣ ਹੈ ਆਪਣੇ ਇਲਾਕੇ ਤੇ। ਅਮਿਤੋਜ ਮਾਨ। ਸਾਖਸ਼ਾਤ ਸਦੀਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਿਰਾਜਮਾਨ ਸਾਰੀ ਸੰਗਤ, ਪਹਿਲਾਂ ਫਤਿਹ ਦਾ ਜਵਾਬ ਗੱਜ ਵੱਜ ਕੇ ਫਤਿਹ 'ਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਵੀ ਕਿਤੇ ਬੋਲਦਾ ਸੀ ਜਾਂ ਕੁਛ ਵੀ ਕਰਦਾ ਸੀ, ਫਿਲਮ ਜਾਂ ਕੁਛ ਵੀ, ਤਾਂ ਸਭ ਤੋਂ ਪਹਿਲਾਂ ਮੈਨੂੰ ਰਵੀ ਦੱਸਦਾ ਹੁੰਦਾ ਸੀ, ਤੂੰ ਐ ਗਲਤ ਬੋਲਿਆ ਜਾਂ ਗਲਤ ਬਣਾਈ ਜਾਂ ਗਲਤ ਲਿਖਿਆ। ਅੱਜ ਪਤਾ ਨਹੀਂ ਕਿੱਥੋਂ ਦੱਸੂਗਾ, ਕਿਵੇਂ ਦੱਸੂਗਾ। ਹਰਭਜਨ ਨੇ ਕਿਹਾ, ਬੜਾ ਕੁਛ ਕਿਹਾ, ਮੈਂ ਡੈਡੀ ਜੀ ਨੇ ਸਾਰਾ ਕੁਛ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਕਰ ਕਿਉਂ ਪਾਏ। ਇਹ ਇੱਕ ਪਿੱਲਰ ਵਾਂਗੂ ਸੀ, ਸਤੰਭ ਸੀ ਘਰ ਦਾ ਰਵੀ। ਸਾਰਾ ਕੁਛ ਉਹਨੇ ਸੰਭਾਲਿਆ ਹੋਇਆ ਸੀ। ਮੈਨੂੰ ਬਾਹਰ 3-4 ਸਾਡੇ ਰਿਸ਼ਤੇਦਾਰ ਵੀ, ਬੰਦੇ ਵੀ ਪੁਰਾਣੇ ਵਾਕਿਫ ਮਿਲੇ, ਮੈਨੂੰ ਪਛਾਣ ਨਹੀਂ ਆਈ। ਉਹਨਾਂ ਨੇ ਕਿਹਾ ਫਲਾਂ ਪਿੰਡ ਤੋਂ, ਫਲਾਂ ਜਗ੍ਹਾ ਤੋਂ। ਇਹ ਸਾਰੀਆਂ ਚੀਜ਼ਾਂ ਉਹ ਕਰ ਲੈਂਦਾ ਸੀ। ਹਰ ਇੱਕ ਨੂੰ ਕਿਵੇਂ ਮਿਲਣਾ ਹੈ, ਕੀ ਇੱਜ਼ਤ ਦੇਣੀ ਹੈ, ਕੀ ਪਿਆਰ ਦੇਣਾ ਹੈ, ਸਭ ਉਹਦੇ ਜ਼ਿੰਮੇ ਸੀ। ਸੁਖਵਿੰਦਰ ਆਇਆ, ਮੈਨੂੰ ਆਉਂਦੇ ਹੀ ਕਿਹਾ, ਜੱਸੀ ਆਇਆ, ਇਹਨੇ ਵੀ ਕਿਹਾ ਦਾ ਸਭ ਤੋਂ ਪਹਿਲਾਂ ਗੇਟ ਤੇ ਰਵੀ ਨੇ ਮਿਲਣਾ ਸੀ ਤੇ ਸਭ ਤੋਂ ਆਖਰ ਤੇ ਵੀ ਉਹੀ ਮਿਲਦਾ ਸੀ। ਕਈ ਵਾਰੀ ਨਾ ਕੁਛ ਅੱਗੇ ਹੋਰ ਦੀਦੇ ਨੇ, ਪਰ ਉਹਨਾਂ ਦੇ ਪਿੱਛੇ ਜਿਹੜੀ ਤਾਕਤ ਹੁੰਦੀ ਹੈ ਸਾਡੀ, ਤਾਂ ਉਹ ਚਲੀ ਗਈ। ਹਰ ਗੱਲ ਕੋਈ ਵੀ ਹੋਵੇ ਦੁਨੀਆ 'ਚ, ਅਸੀਂ ਰਾਤ ਨੂੰ ਅੱਧਾ ਪੌਣਾ ਘੰਟਾ ਫੋਨ ਤੇ ਲਾਉਣਾ ਹੀ ਲਾਉਣਾ। ਉਧਰ ਜੱਸੀ ਭਾਬੀ ਹਰਿਆ ਨੇ, ਇੱਧਰ ਅਮਨ ਹੋਰਾਂ ਨੇ ਬੜਾ ਪਰੇਸ਼ਾਨ ਹੋਣਾ ਕਿ ਕਿਉਂ ਮੱਥਾ ਪੱਚੀ ਕਰਦੇ ਰਹਿੰਦੇ ਹੋ। ਪਰ ਪਤਾ ਨਹੀਂ ਕਿਉਂ ਚੰਗਾ ਲੱਗਦਾ ਸੀ। ਉਹਦੀ ਰਾਏ ਬੜੀ ਪੁਖਤਾ ਤੇ ਸਟੀਕ ਹੁੰਦੀ ਸੀ। ਸਿੱਧੇ ਸ਼ਬਦਾਂ 'ਚ ਗਹਿਰੀ ਗੱਲ ਕਰਦਾ ਸੀ। ਆ ਸਕੂਲ 'ਚ ਅਸੀਂ ਪੜ੍ਹੇ, ਜਦੋਂ 10ਵੀਂ ਸੀ ਤਾਂ ਮੈਂ 6ਵੀਂ 'ਚ ਸੀ। ਜਿੱਥੇ ਉਹਦਾ ਆਖਰੀ ਇਸ਼ਨਾਨ ਕਰਾਇਆ ਘਰ 'ਚ, ਉਸੇ ਕੰਧ ਦੇ ਪਿੱਛੇ ਉਹਨੇ ਮੇਰੇ 8 ਸਾਲ ਦੇ ਵਾਲ ਕੱਟਤੇ ਸੀ। ਦੌਗੀਆਂ ਜੀਆਂ ਪੈ ਗਈਆਂ ਸੀ ਤਾਂ ਮਸ਼ੀਨ ਲਾ ਕੇ ਸਿੱਧੇ ਕੀਤੇ। ਉੱਥੇ ਹੀ ਇਸ਼ਨਾਨ ਕਰਾ ਰਹੇ ਸੀ। ਜਿੱਥੇ ਉਹਨੂੰ ਆਖਰੀ ਦਰਸ਼ਨਾਂ ਲਈ ਰੱਖਿਆ, ਉੱਥੇ ਉਹ ਬੋਲਿੰਗ ਕਰਦਾ ਸੀ। ਮੈਨੂੰ ਉਹੀ ਦਿਸੀ ਜਾਂਦਾ ਸਾਰੇ ਪਾਸੇ। ਮੈਨੂੰ ਹੁਣ ਵੀ ਲੱਗਦਾ ਉੱਥੇ ਕਿਤੇ ਖੜਾ ਹੋਣਾ ਲੋਈ ਲੈ ਕੇ ਪਿੱਛੇ, ਤੇ ਬਾਅਦ 'ਚ ਸਾਰਾ ਕੁਛ ਕਹੂਗਾ, ਆਹ ਕੀ ਕਰੀ ਜਾਂਦੇ ਸੀ ਯਾਰ। ਜਿੰਨੀ ਕੁ ਵਾਹ ਲੱਗਦੀ ਸੀ ਲਾਈ, ਜਿੰਨੀ ਪੂਜਾ ਪਾਠ ਜੱਸੀ ਭਾਬੀ ਕਰ ਸਕਦੀ ਸੀ ਉਹਨੇ ਕੀਤਾ। ਜੋ ਵੀ ਸੋਚ ਸਕਦੇ ਸੀ ਉਹ ਸੋਚਿਆ ਵੀ। ਮੈਨੂੰ ਇੱਕ ਗੱਲ, ਕਦੇ ਕਦੇ ਤੁਸੀਂ ਪੜ੍ਹਦੇ ਹੋ ਬਹੁਤ ਸਾਰੀਆਂ ਚੀਜ਼ਾਂ, ਪਰ ਉਹਦਾ ਜਦੋਂ ਤੁਹਾਨੂੰ ਨਿਕਲਣਾ ਪੈਂਦਾ, ਅਹਿਸਾਸ ਹੁੰਦਾ, ਤਾਂ ਤੁਹਾਨੂੰ ਪਤਾ ਲੱਗਦਾ ਹੈ। ਜਿਵੇਂ ਅਸੀਂ ਪਹਿਲੀ ਪੌੜੀ 'ਚ ਪੜ੍ਹਦੇ ਹਾਂ, ਹੁਕਮੀ ਲਿਖ ਦੁੱਖ ਸੁੱਖ ਪਾਇਓ। 11 ਤਰੀਕ ਨੂੰ ਵੈਂਟੀਲੇਟਰ ਤੇ ਸੀ, ਤਾਂ ਡਾਕਟਰਸ ਨੇ ਕਹਿਤਾ ਕਿ ਵੈਂਟੀਲੇਟਰ ਬੰਦ ਜਦੋਂ ਕਹੋਗੇ ਕਰ ਦਿਆਂਗੇ, ਹੈ ਨਹੀਂ। ਪਰ ਜੱਸੀ ਭਾਬੀ ਦਾ ਵਿਸ਼ਵਾਸ ਸੀ ਜਾਂ ਸਾਡਾ ਸੀ ਕਿ ਅਸੀਂ ਕਿਹਾ ਨਹੀਂ, 10-12 ਘੰਟੇ ਹਜੇ ਵੇਹਨੇ ਹੈ। ਤੇ 7ਵੇਂ ਘੰਟੇ ਉਹਦੀ ਮੂਵਮੈਂਟ ਹੋ ਗਈ। ਅਸੀਂ ਸਾਰਿਆਂ ਨੇ ਕਿਹਾ ਕਿ ਚੀੜਾ, ਇਹ ਵਾਪਸ ਆਊਗਾ। ਹਮੇਸ਼ਾ ਬਿਮਾਰ ਹੁੰਦਾ, ਵਾਪਸ ਆ ਜਾਂਦਾ ਹੈ। ਆਇਆ ਵੀ। ਤੇ ਜਦੋਂ ਡਾਕਟਰ ਨੇ ਕਿਹਾ ਕਿ ਹੁਣ ਇਹਨੂੰ ICU 'ਚੋਂ ਰੂਮ 'ਚ ਲੈ ਲਿਆਂਗੇ 24 ਦੀ ਰਾਤ ਨੂੰ, ਹੁਣ ਇਹ ਬਾਹਰ ਹੈ ਖਤਰੇ ਤੋਂ, ਉਦੋਂ ਚਲਿਆ ਗਿਆ।
ਸ਼ਾਇਦ ਉਹਦੇ 14 ਦਿਨ ਦੇ ਦੁੱਖ ਬਾਕੀ ਸੀ ਜੋ ਲਿਖੇ ਹੋਏ ਸੀ। ਉਹਦੇ ਉਹ ਸੂਈਆਂ ਚੁਭਣੀਆਂ, ਉਹਦੇ ਉਹ ਜੋ 14 ਦਿਨ ਉਹਨੇ ਝੱਲਿਆ ਉਹ ਬਾਕੀ ਸੀ। ਔਰ ਮੈਂ ਸ਼ਰਤੀਆ ਕਹਿਣਾ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਉਹਨੇ ਜਿਉਈ ਹੈ, ਉਹ ਇਸ ਆਵਨ ਗਾਵਨ ਤੋਂ ਮੁਕਤ ਹੋ ਕੇ ਗਿਆ। ਜਦੋਂ ਨਹੀਂ ਹੁੰਦਾ ਕੋਈ, ਤੁਹਾਨੂੰ ਉਦੋਂ ਪਤਾ ਲੱਗਦਾ ਹੈ। ਸੁਣਿਆ ਸੀ ਮੈਂ ਕਿ ਬਾਹਾਂ ਹੁੰਦੀਆਂ ਨੇ। ਅੱਜ ਮੈਨੂੰ ਹਰ ਪਲ ਤੇ ਅਹਿਸਾਸ ਹੋ ਰਿਹਾ ਸੀ ਕਿ ਬਾਹਾਂ ਕਿਹਨੂੰ ਕਹਿੰਦੇ ਨੇ। ਬਾਹਾਂ ਆ ਨਹੀਂ ਹੁੰਦੀਆਂ ਗੀਆਂ। ਬਾਹਾਂ ਜਦੋਂ ਤੁਸੀਂ ਜ਼ਿੰਦਗੀ 'ਚ ਦੁਨੀਆ 'ਚ ਵਿਚਰਦੇ ਹੋ, ਉੱਥੇ ਜੋ ਤੁਹਾਨੂੰ ਸ਼ਕਤੀ ਦਿੰਦੇ, ਜੋ ਆਸਰਾ ਦਿੰਦੇ ਨੇ, ਉਹ ਹੁੰਦੇ ਨੇ। ਮੈਂ ਡੈਡੀ ਜੀ ਅਸੀਂ ਗੁੱਸੇ ਹੋ ਜਾਂਦੇ ਹਾਂ, ਮੈਨੂੰ ਵੀ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ। ਉਹਨੂੰ ਨਹੀਂ ਆਉਂਦਾ ਸੀ, ਸੁਣ ਲੈਂਦਾ ਸੀ, ਸਾਰਿਆਂ ਦੀਆਂ ਸੁਣ ਲੈਂਦਾ ਸੀ, ਛੋਟਿਆਂ ਦੀਆਂ ਵੀ ਸੁਣ ਲੈਂਦਾ ਸੀ, ਵੱਡਿਆਂ ਦੀਆਂ ਵੀ। ਕਿਸੇ ਨੂੰ ਕਿਤੇ ਮੈਂ ਸੁਣਿਆ ਹੋਵੇ ਕਿ ਉਹਨੇ ਕਿਹਾ ਹੋਵੇ ਯਾਰ ਰਵੀ ਨੇ ਮੈਨੂੰ ਆ ਮਾੜਾ ਬੋਲਿਆ, ਮੇਰਾ ਕਿਹਾ ਤਾਂ ਉਹਦੇ ਕੋਲੇ 20 ਲੋਕਾਂ ਨੇ ਕਿਹਾ ਹੋਣਾ ਮੈਂ ਮਾੜਾ ਕਹਿਤਾ, ਪਰ ਉਹਦਾ ਮਾੜਾ ਕਿਹਾ ਨਾ ਅੱਜ ਤੱਕ ਕਿਹਾ, ਜਾਂ ਜਿੰਨੇ ਵੀ ਅਸੀਂ ਆ ਪਿਛਲੇ 10 ਦਿਨਾਂ ਤੋਂ ਮਿਲ ਰਹੇ ਹਾਂ ਜਿਨ੍ਹਾਂ ਨੂੰ, ਉਹਨਾਂ ਨੇ ਕਿਤੇ ਕਿਹਾ ਹੋਵੇ। ਉਹ ਨਹੀਂ ਗਾ, ਇਹ ਬਲੀਵ ਨਹੀਂ ਹੋ ਰਿਹਾ, ਇਹ ਸੱਚਾ ਲੱਗ ਹੀ ਨਹੀਂ ਰਿਹਾ। ਵਕਤ ਤੋਂ ਪਹਿਲਾਂ ਜਦੋਂ ਕੋਈ ਜਾਂਦਾ ਹੈ, ਮੈਂ ਹਮੇਸ਼ਾ ਆਂਦਾ ਹੁੰਦਾ ਸੀ ਉਹ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ, ਪਰ ਮੈਨੂੰ ਇੱਥੇ ਲੱਗ ਰਿਹਾ ਥੋੜ੍ਹਾ ਜਿਹਾ ਧੱਕਾ ਕਰ ਗਿਆ, ਧੱਕਾ ਕਰ ਗਿਆ। ਮੇਰੇ ਤੋਂ ਵੀ ਜ਼ਿਆਦਾ ਧੱਕਾ ਸ਼ਾਇਦ ਡੈਡੀ ਜੀ ਨਾਲ, ਜੈ ਨਾਲ, ਰਿਸ਼ਮ ਨਾਲ, ਤੇ ਸਭ ਤੋਂ ਜ਼ਿਆਦਾ ਜੱਸੀ ਨਾਲ ਕਰ ਗਿਆ। ਪਰ ਉਹ ਹੁਣ ਹੈ ਹੀ ਨਹੀਂ, ਗਿਲਾ ਕਿੱਥੇ ਕਰੀਏ, ਗਿਲਾ ਤਾਂ ਹੋ ਹੀ ਨਹੀਂ ਸਕਦਾ ਗਾ। ਜਿਵੇਂ ਹਰਭਜਨ ਨੇ ਕਿਹਾ, ਸੁਖਵਿੰਦਰ ਬੈਠਾ, ਹਰਭਜਨ ਇੱਥੇ ਵਿਆਹ ਦੀ ਜਿਹੜੀ ਮੈਂ ਗੱਲ ਕੀਤੀ 94 'ਚ, ਐਂ ਖਾੜਾ ਲਾਇਆ ਸੀ, ਸਾਰੇ ਇਕੱਠੇ ਹੋਏ ਸੀਗੇ, ਔਰ ਹਜੇ ਉਹ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਨੇ। ਸਦੀਕ ਸਾਹਿਬ ਨੇ ਤਾਂ ਛੋਟੇ ਛੋਟੇ ਸੀ, ਅਸੀਂ ਜਦੋਂ ਤੋਂ ਹੋਸ਼ ਸੰਭਾਲੀ ਵੇਂਦੇ ਹਾਂ, ਛੋਟੇ ਹੁੰਦਿਆਂ ਨੂੰ ਵੇਖਿਆ। ਜਦੋਂ ਛੋਟੇ ਪਹਿਲਾਂ ਚਲੇ ਜਾਣ ਇਹ ਅਸਹਿ ਹੁੰਦਾ ਹੈ, ਪਰ ਫਿਰ ਉਹੀ ਗੱਲ ਜੋ ਆਇਆ ਸੋ ਚੱਲ ਸੀ, ਸਭ ਕੀ ਆਈ ਬਾਰੀ। ਬਾਰੀ ਥੋੜ੍ਹੀ ਜਿਹੀ ਪਹਿਲਾਂ ਲਿਖਾ ਲਿਆ ਆ, ਬਾਲਾ ਕੀ ਕਹਿਣਾ ਮੈਂ ਉਹਦੇ ਬਾਰੇ। ਮੈਂ ਤਾਂ 2 ਦਿਨ 3 ਦਿਨ 4 ਦਿਨ ਬੋਲੀ ਜਾ ਸਕਦਾ, ਕਿਉਂਕਿ ਜਦੋਂ ਤੋਂ ਹੋਸ਼ ਸੰਭਾਲੀ ਸੀ ਅਸੀਂ ਹਰ ਛੋਟੀ ਗੱਲ, ਹੁਣ ਵੀ ਜਿਵੇਂ ਮੰਨ ਲਓ ਇੱਥੇ ਉਹ ਹੁੰਦਾ ਤਾਂ ਉਹਨੇ ਹਰ ਬੰਦਾ ਕੀ ਬੋਲਿਆ, ਕਿਉਂ ਬੋਲਿਆ, ਕਿਵੇਂ ਆਇਆ, ਕਿਵੇਂ ਗਿਆ, ਉਹਨੇ ਮੇਰੇ ਨਾਲ ਤਾਂ ਪੱਕਾ ਡਿਸਕਸ ਕਰਨੀਆਂ ਸੀ। ਉਹ 'ਚ ਉਹਦਾ ਹਿਊਮਰ ਵੀ ਹੁੰਦਾ ਸੀ, ਹੱਸਦਾ ਵੀ ਸੀ, ਦੱਸਦਾ ਵੀ ਸੀ। ਉਹਦੀ ਰਾਏ ਮੇਰੇ ਤੱਕ ਸੀਮਤ ਰਹਿ ਜਾਂਦੀ ਸੀ, ਲੋਕਾਂ ਨੂੰ ਨਹੀਂ ਪਤਾ ਲੱਗਦਾ ਸੀ ਉਹਨੇ ਮੈਨੂੰ ਕੀ ਦੱਸਿਆ, ਕਿਉਂਕਿ ਅੱਗੇ ਤਾਂ ਮੈਂ ਜਾਂ ਕੋਈ ਹੋਰ ਬੋਲ ਗਿਆ। ਈਵਨ ਹਰਭਜਨ ਹੋਰਾਂ ਨੇ ਗਾਣੇ ਸੁਣਾਉਣੇ, ਉਹਨੇ ਆਪਦੀ ਰਾਏ ਜ਼ਰੂਰ ਦੇਣੀ। ਉਹਨੇ ਕਹਿੰਦਾ ਯਾਰ ਇਹ ਟੈਕਨੀਕਲ ਜਿਹਾ ਆਪਦੇ ਕੋਲੇ ਰੱਖੋ, ਮੈਨੂੰ ਲੱਗਦਾ ਇਹ ਆਏ ਹੈ। ਸਦੀਕ ਸਾਹਿਬ ਨੇ ਜਿਵੇਂ ਗੱਲ ਕਹੀ ਕਿ ਪਿੰਡ ਦੀਆਂ ਗਲੀਆਂ ਦੀ ਗੱਲ, ਜਦੋਂ ਆਖਰੀ ਵਾਰੀ ਮੈਂ ਮਿਲਿਆ, ਪਹਿਲਾਂ ਤਾਂ ਮੇਰਾ ਜੀ ਨਹੀਂ ਕਰਦਾ ਸੀਗਾ, ਮੈਨੂੰ ਉਹ ਤੋਂ ਵੇਖਿਆ ਨਹੀਂ ਜਾਂਦਾ ਸੀ, ਉਹਦੇ ਜਿਵੇਂ ਸਾਰਾ ਕੁਛ ਸੂਈਆਂ ਸਾਈਆਂ ਲਾਈਆਂ ਪਈਆਂ। ਤਾਂ ਰਿਸ਼ਮ ਨੇ ਕਿਹਾ ਨਹੀਂ ਚਾਚਾ ਜੀ, ਮਿਲ ਕੇ ਮੈਂ ਵਾਪਸ ਆਉਣਾ ਸੀਗਾ, ਕਿਉਂਕਿ ਉਹਦਾ 3 ਦਿਨ ਤੋਂ ਬਾਅਦ ਉਹਦਾ ਅਸੀਂ ਆਪਰੇਸ਼ਨ ਸੋਚ ਰਹੇ ਸੀ। ਤਾਂ ਮੈਨੂੰ ਆਂਦਾ, ਬਲਕਿ ਮੈਂ ਕਿਹਾ ਉਹਨੂੰ, ਮੈਂ ਗੱਲ ਸੁਣ, ਆ ਤੇਰੇ ਯਾਰ ਨੇ ਜਿੱਤ ਜਾਣਾ ਹੈ, ਸ਼ਾਇਦ ਮੁੱਖ ਮੰਤਰੀ ਬਣ ਜੇ, ਕਾਇਮ ਹੋ ਜਾ। ਹੱਸ ਪਿਆ, ਆਂਦਾ ਬਣ ਜਾਊਗਾ। ਪਿੰਡ ਦਾ ਕਿਵੇਂ ਰਿਹਾ, ਇੱਕ ਉਹਦੀ ਅਜੀਬ ਗੱਲ ਮੈਂ ਉਹਨੂੰ ਉਦੋਂ ਵੀ ਉੱਥੇ ਵੀ ਕਹੀ, ਮੈਂ ਕਿਹਾ ਤੂੰ ਕਾਂਗਰਸ ਵਾਲਿਆਂ ਨੂੰ ਐਡਵਾਈਜ਼ ਕਰਦਾ, ਬੱਬੂ ਬੈਠਾ ਹੈ, ਇਹਨੂੰ ਐਡਵਾਈਜ਼ ਕਰਦਾ ਸੀ ਕਾਂਗਰਸ ਨੂੰ ਕਿਵੇਂ ਚੱਲਣਾ ਚਾਹੀਦਾ ਹੈ। ਟਿਕਟਾਂ ਤੂੰ ਆਪ ਦੀਆਂ ਦਿਵਾਉਣਾ ਹੈ,
ਤੇ ਵੋਟਾਂ ਤੂੰ ਅਕਾਲੀ ਦਲ ਨੂੰ ਬੰਟੀ ਜੀ ਹੋਰਾਂ ਨੂੰ ਪਵਾਉਣਾ ਹੈ, ਤੂੰ ਕਿਹੜੀ ਪਾਰਟੀ 'ਚ ਹੈ? ਆਂਦਾ ਯਾਰ ਆਪਾਂ ਤਾਂ ਸਾਰਿਆਂ ਨਾਲ ਹੀ ਹੈ। ਉਹ ਸਾਰਿਆਂ ਨਾਲ ਹੀ ਸੀਗਾ, ਸਾਡੇ ਨਾਲ ਉਹ ਤੁਹਾਡੇ ਸਾਰਿਆਂ ਨਾਲ ਸੀ। ਕੋਸ਼ਿਸ਼ ਕਰ ਰਹੇ ਹਾਂ ਅਸੀਂ 10 ਦਿਨਾਂ ਤੋਂ ਕਿ ਉਹਨੂੰ ਹੱਸ ਕੇ ਯਾਦ ਕਰੀਏ, ਪਰ ਜਦੋਂ ਉਹ ਗੱਲਾਂ ਨਿਕਲ ਆਉਂਦੀਆਂ, ਮੈਂ ਸਕੂਲ 'ਚ ਗਿਆ ਤਾਂ ਮੈਨੂੰ ਉਹ ਯਾਦ ਆ ਗਿਆ, ਕਿਉਂਕਿ ਉਹ 10ਵੀਂ ਸੀ, ਮੈਂ 6ਵੀਂ ਸੀ। ਤਾਂ ਵੱਡੇ ਭਰਾ ਹਮੇਸ਼ਾ ਗਾਈਡ ਕਰਦੇ ਹੈ ਕੀ ਕਰਨਾ ਹੈ, ਕਿਵੇਂ ਕਰਨਾ, ਔਰ ਤੁਸੀਂ ਵੀ ਛੋਟੇ ਹੁੰਦੇ ਹੋ ਉਹਦੇ ਵੱਲ ਵੇਹਨੇ ਹੁੰਦੇ ਹੋ। ਕਾਸ਼ ਉਹ ਦਿਨ ਵਾਪਸ ਆ ਜਾਣ, ਆਉਣੇ ਨਹੀਂ। ਤੁਸੀਂ ਆਏ, ਮਿਹਰਬਾਨੀ, ਗੋਡਾ ਨਿਭਾਉਣ ਆਏ ਹੋ, ਥੈਂਕ ਯੂ। ਉਹ ਹੈ, ਹਮੇਸ਼ਾ ਰਹੂਗਾ, ਉਹਨੂੰ ਹਰ ਦਿਨ ਗਾਹੇ ਬਗਾਹੇ ਯਾਦ ਕਰਾਂਗੇ। ਮੈਂ ਆਪਦੀ ਇੱਕ ਫਿਲਮ 'ਚ ਲਿਖਿਆ ਸੀ ਕਿ ਜਵਾਨੀ 'ਚ ਮਰਨ ਦਾ ਫਾਇਦਾ ਹੁੰਦਾ ਹੈ ਕਿ ਤੁਸੀਂ ਜਵਾਨ ਹੀ ਰਹਿੰਦੇ ਹੋ। ਜਵਾਨ ਤਾਂ ਉਹ ਨਹੀਂ ਸੀ, ਪਰ ਇਹ ਉਮਰ ਨਹੀਂ ਸੀ ਉਹਦੀ ਜਾਨ ਦੀ। ਸ਼ਾਇਦ ਆਪਾਂ ਜਦੋਂ ਬੁੜੇ ਹੋ ਕੇ ਮਰਾਂਗੇ ਤਾਂ ਬੁੜੇ ਰਹਿ ਜਾਵਾਂਗੇ, ਪਰ ਉਹ ਹਮੇਸ਼ਾ ਜਿਵੇਂ ਉਹਦੀ ਉੱਤੇ ਫੋਟੋ ਲੱਗੀ ਉਹ ਐਂ ਹੀ ਰਹੂਗਾ ਸਾਡੇ ਦਿਮਾਗ 'ਚ ਵੀ। ਅੱਜ ਤੋਂ 20 ਸਾਲ 30 ਸਾਲ ਜਦੋਂ ਤੱਕ ਜ਼ਿੰਦਗੀ ਹੈਗੀ ਹੈ, ਉਹ ਐਂ ਜਿਉਂਦਾ ਰਹੂਗਾ ਸਾਡੀਆਂ ਸਮ੍ਰਿਤੀਆਂ 'ਚ, ਸਾਡੀਆਂ ਯਾਦਾਂ 'ਚ। ਔਰ ਹਾਂ ਹਰਭਜਨ, ਯਾਦਾਂ ਹੀ ਰਹਿ ਜਾਣੀਆਂ, ਯਾਦਾਂ ਹੀ ਤਾਂ ਹੁੰਦੀਆਂ। ਔਰ ਇਹੀ ਬੰਦੇ ਦੀ ਅਸਲ ਜਾਇਦਾਦ ਹੁੰਦੀ ਹੈ, ਉਹਦੀ ਉਹ ਜਾਇਦਾਦ ਬਹੁਤ ਵੱਡੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਵੱਡੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਸਨ ਅਮਤੋਜ਼ ਮਾਨ ਜੀ। ਤਾਂ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਬਾਈ ਰਵੀ ਦੀ ਨਿੱਘੀ ਅਤੇ ਮਿੱਠੀ ਯਾਦ 'ਚ ਇੱਥੇ ਦੇਹ ਸੰਭਾਲ ਘਰ ਸਦੀਕ ਸਾਹਿਬ ਨੇ, ਕਿਉਂਕਿ ਸਦੀਕ ਸਾਹਿਬ ਨੇ ਜਦੋਂ ਸ਼ਰਧਾਂਜਲੀ ਦਿੱਤੀ ਤਾਂ ਉਹਨਾਂ ਨੇ ਬੇਟਾ ਸ਼ਬਦ ਵਰਤਿਆ। ਔਰ ਸਦੀਕ ਸਾਹਿਬ ਸਾਡੇ ਹਲਕਾ ਮੈਂਬਰ ਪਾਰਲੀਮੈਂਟ ਹਨ। ਉਹ ਇੱਕ ਯਾਦਗਾਰੀ, ਉਸ ਦੀ ਯਾਦ ਵਿੱਚ ਇੱਕ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ, ਤਾਂ ਉਹ ਦੇਹ ਸੰਭਾਲ ਘਰ ਦਾ ਐਲਾਨ ਕੀਤਾ ਉਹਨਾਂ ਨੇ। ਤੋ ਬਹੁਤ ਸਾਰੀਆਂ ਹਸਤੀਆਂ, ਮਲੋਟ ਤੋਂ ਪੱਤਰਕਾਰ ਅਜਮੇਰ ਬਰਾੜ, ਚੇਅਰਮੈਨ ਜੱਸਾ ਕੰਗ, ਹਰਭਜਨ ਮਾਨ ਹੋਰਾਂ ਦੇ ਰਿਸ਼ਤੇਦਾਰ ਸ਼ਿਵਰਾਜ ਢਿੱਲੋਂ, ਬਹੁਤ ਸਾਰੀਆਂ ਹਸਤੀਆਂ ਬੈਠੀਆਂ। ਤੋ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਕਾਗਰ ਚਿੱਤ ਹੋ ਕੇ ਇਸ ਸ਼ਰਧਾਂਜਲੀ ਸਮਾਗਮ 'ਚ ਆਪਣੀ ਹਾਜ਼ਰੀ ਲਵਾਈ ਅਤੇ ਸਾਡੇ ਵਿਛੜੇ ਵੀਰ ਨੂੰ ਯਾਦਾਂ ਤਾਜ਼ੀਆਂ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਪ੍ਰਸਿੱਧ ਲੇਖਕ ਅਤੇ ਗਾਇਕ ਜਨਾਬ ਨਿੰਦਰ ਘੁਗਿਆਣਵੀ ਜੀ ਨੇ ਕੀਤਾ।